ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਸੀਐਮ ਸਾਹਿਬ ਦੇ ਫੈਸਲੇ ਤੋਂ ਬਾਅਦ ਵਿੱਚ ਸਾਨੂੰ ਆਪਣਾ ਹੱਕ ਜਨਤਾ ਸਾਹਮਣੇ ਰੱਖਣ ਲਈ, ਪੱਖ ਜਨਤਾ ਸਾਹਮਣੇ ਰੱਖਣ ਲਈ ਜਿਹੜਾ ਉਹ ਪੇਸ਼ ਕੀਤਾ ਹੈ ਜੀ। ਬਰਾੜ ਸਾਹਿਬ, ਜਿਹੜੀ ਧਰਨਿਆਂ ਦੀ ਗੱਲ ਹੈ, ਧਰਨੇ ਲਾਉਣੇ ਕਿਉਂ ਪੈਂਦੇ ਨੇ ਆਫਟਰ ਆਲ? ਕਿ ਜਦੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਸਮੇਂ ਰਹਿੰਦਿਆਂ ਪੂਰਾ ਨਹੀਂ ਕੀਤਾ ਜਾਂਦਾ ਤਾਂ ਮੁਲਾਜ਼ਮਾਂ ਕੋਲੇ ਹੋਰ ਕੋਈ ਇਖਤਿਆਰ ਨਹੀਂ ਹੈ। ਇਹ ਇੱਕ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣੀਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਕੇਵਲ ਤੇ ਕੇਵਲ ਹੜਤਾਲ ਦਾ ਜਿਹੜਾ ਆ ਸਹਾਰਾ ਲੈ ਸਕਦੇ ਹਾਂ। ਨਾ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕੋਈ ਸੜਕਾਂ ਰੋਕ ਸਕਦੇ ਹਾਂ, ਨਾ ਹੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਹੱਲਾ ਗੁੱਲਾ ਕਰ ਸਕਦੇ ਹਾਂ। ਸੋ ਸਾਨੂੰ ਮਿਲੇ ਸੰਵਿਧਾਨਕ ਹੱਕਾਂ ਦੇ ਤਹਿਤ ਹੀ ਅਸੀਂ ਜਿਹੜਾ ਉਹ ਹੜਤਾਲ ਦਾ ਰਸਤਾ ਅਖਤਿਆਰ ਕਰਦੇ ਹਾਂ। ਜਿਹੜਾ ਸੰਵਿਧਾਨਕ ਹੱਕ ਖੋਇਆ ਜਾਣਾ ਹੈ ਸੂਬੇ ਦੇ ਵਿੱਚ, ਉਹ ਤਾਂ ਮੈਂ ਚਾਹੁੰਦਾ ਹਾਂ ਕਿ ਕੋਈ ਵਧੀਆ ਗੱਲ ਨਹੀਂ ਹੈ। ਮਾਨ ਸਾਹਿਬ ਨੇ ਕਿਹਾ ਕਿ ਜਿਹੜਾ ਮਾਨ ਸਾਹਿਬ ਨੇ ਟਵੀਟ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਰਮਚਾਰੀ ਆਪਣੀਆਂ ਨਿੱਜੀ ਹਿੱਤਾਂ ਲਈ, ਮੈਂ ਕਹਿੰਦਾ ਜੀ ਕਰਮਚਾਰੀਆਂ ਨਿੱਜੀ ਹਿੱਤ ਕਿਹੜੇ ਆ? ਕਰਮਚਾਰੀ ਤਾਂ ਸਰਕਾਰ ਲਈ ਕੰਮ ਕਰਦੇ ਆ, ਸੂਬੇ ਦੇ ਲੋਕਾਂ ਲਈ ਕੰਮ ਕਰਦੇ ਆ। ਜੇ ਤੁਸੀਂ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਦੋਗੇ, ਸਮੇਂ ਸਿਰ ਉਹਨਾਂ ਦੀਆਂ ਪ੍ਰਮੋਸ਼ਨਾਂ ਨਹੀਂ ਕਰੋਗੇ, ਤੇ ਮੈਂ ਬਰਾੜ ਸਾਹਿਬ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਸਰਕਾਰ ਨੂੰ ਪਿਛਲੇ 1.5 ਸਾਲ ਤੋਂ ਆਪਣੇ ਮੰਗ ਪੱਤਰ ਭੇਜ ਰਹੇ ਹਾਂ ਕਿ ਸਾਡੀਆਂ ਮੰਗਾਂ ਦੀ ਪੂਰਤੀ ਕੀਤੀ ਜਾਵੇ। ਦੇਖੋ, ਸਾਡੀਆਂ ਮੰਗਾਂ ਦੇ ਵਿੱਚ ਸੁਪਰਿੰਟੈਂਡੈਂਟ ਗ੍ਰੇਡ 1 ਦੀ ਪ੍ਰਮੋਸ਼ਨਾਂ ਰੁਕੀਆਂ ਹੋਈਆਂ, ਸੁਪਰਿੰਟੈਂਡੈਂਟ ਗ੍ਰੇਡ 2 ਦੀਆਂ ਪੂਰੇ ਸੂਬੇ ਦੇ ਵਿੱਚ 50 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਨੇ, ਸੀਨੀਅਰ ਸਹਾਇਕਾਂ ਦੀਆਂ ਪੂਰੇ ਸੂਬੇ ਦੇ ਵਿੱਚ 130 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਨੇ, ਔਰ ਇਸ 2.5 ਸਾਲਾਂ ਤੋਂ ਖਾਲੀ ਨੇ ਜੀ। ਸੋ ਜੇ 2.5 ਸਾਲਾਂ ਦੇ ਵਿੱਚ ਸਾਡੀਆਂ ਖਾਲੀ ਅਸਾਮੀਆਂ ਦੀ ਪੂਰਤੀ ਨਹੀਂ ਹੋ ਸਕੀ ਤੇ ਮਾਨ ਸਾਹਿਬ ਕਹਿੰਦੇ ਕਿ ਅਸੀਂ ਹੜਤਾਲ ਕਰਨ ਵਾਲੇ ਕਰਮਚਾਰੀਆਂ ਦੀ ਕਲਮ ਖੋਹ ਕੇ ਤੇ ਨਵੇਂ ਕਰਮਚਾਰੀਆਂ ਉੱਤੇ ਬਿਠਾ ਦਾਂਗੇ। ਮੈਂ ਬਰਾੜ ਸਾਹਿਬ ਦੱਸਣਾ ਚਾਹੁੰਦਾ ਕਿ ਨਵੇਂ ਕਰਮਚਾਰੀਆਂ ਨੂੰ ਬਿਠਾਉਣ ਲਈ ਇੱਕ ਭਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਸਰਕਾਰ ਵੱਲੋਂ ਪਹਿਲਾਂ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ, ਵਿਭਾਗਾਂ ਤੋਂ ਜਿਹੜੀ ਡਿਮਾਂਡ ਲਈ ਜਾਂਦੀ ਹੈ। ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਵਿੱਚ ਜਿਹੜੇ ਕੈਂਡੀਡੇਟ ਐਗਜ਼ਾਮ 'ਚ ਅਪੀਅਰ ਹੁੰਦੇ ਨੇ ਉਹਨਾਂ ਦਾ ਰਿਟਨ ਟੈਸਟ ਹੋਣ ਤੋਂ ਚਲੋ ਪ੍ਰੋਸੈਸ ਹੈ, ਰਿਟਨ ਟੈਸਟ ਹੁੰਦਾ, ਰਿਜ਼ਲਟ ਆਉਂਦਾ, ਫਿਰ ਉਸ ਤੋਂ ਬਾਅਦ ਲੱਗਦੇ ਪਾਸ ਹੁੰਦੇ ਨੇ। ਤੇਜਿੰਦਰ ਜੀ, ਮੈਂ ਇੱਕ ਸਵਾਲ ਪੁੱਛਣਾ ਚਾਹਣਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਤੇ ਡਿਬੇਟ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਹਰ ਵਿਅਕਤੀ ਜਿਹੜਾ ਉਸ ਚੀਜ਼ ਦੇ ਨਾਲ ਜੁੜਿਆ ਹੋਇਆ ਉਸ ਦਾ ਪੱਖ ਉਸ ਦੇ ਵਿੱਚ ਰੱਖਣਾ ਚਾਹੀਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਜਦੋਂ ਕੋਈ ਹੜਤਾਲ ਹੁੰਦੀ ਹੈ ਉਸ ਦਾ ਆਮ ਜਨਤਾ ਤੇ ਅਸਰ ਪੈਂਦਾ ਹੈ ਔਰ ਉਹਨਾਂ ਦੇ ਕੰਮਾਂ-ਕਾਰਾਂ ਤੇ ਅਸਰ ਪੈਂਦਾ ਹੈ ਔਰ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ, ਔਰ ਉੱਥੇ ਜਮਹੂਰੀ ਹੱਕ ਉਸ ਜਨਤਾ ਦਾ ਵੀ ਹੁੰਦਾ ਜਿਹੜੀ ਕੰਮ ਕਰਾਉਣ ਲਈ ਲਾਈਨਾਂ 'ਚ ਲੱਗ ਕੇ ਖੜੀ ਹੈ ਜਾਂ ਨਹੀਂ? ਦੇਖੋ, ਇੱਥੇ ਮੈਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਡੇ ਡੀਸੀ ਦਫ਼ਤਰਾਂ ਦੇ ਵਿੱਚ ਨੋਰਮਸ ਦੇ ਮੁਤਾਬਕ ਅਸਾਮੀਆਂ ਦੀ ਰਚਨਾ ਨਹੀਂ ਹੋਈ। ਉਦਾਹਰਨ ਦੇ ਤੌਰ ਤੇ ਮੈਂ ਇੱਕ ਮੋਟੀ ਜੀ ਮਿਸਾਲ ਦਿੰਦਾ ਕਿ ਡੀਸੀ ਦਫ਼ਤਰ ਫਰੀਦਕੋਟ ਜ਼ਿਲ੍ਹਾ ਬਣੇ ਨੂੰ ਤਕਰੀਬਨ 52 ਸਾਲ ਦਾ ਸਮਾਂ ਹੋ ਗਿਆ, ਪਰ ਉੱਥੇ 120 ਕਲਰਕਾਂ ਦੀ ਲੋੜ ਹੈ ਤੇ 120 ਕਲਰਕਾਂ ਦੀ ਜਗ੍ਹਾ ਤੇ 54 ਕਲਰਕ ਕੰਮ ਕਰ ਰਹੇ ਨੇ। ਜਿੱਥੇ 120 ਕਰਮਚਾਰੀਆਂ ਨੇ ਕੰਮ ਕਰਨਾ, ਜੇ 54 ਕਰਮਚਾਰੀ ਕੰਮ ਕਰਨਗੇ ਤਾਂ ਕੀ ਉਹਨਾਂ ਦੇ ਕੰਮ ਦੇ ਵਿੱਚ ਕਿੰਨੀ ਕੁ ਐਫੀਸ਼ੀਐਂਸੀ ਰਹੇਗੀ? ਜਨਤਾ ਨੂੰ ਮੁਸ਼ਕਲਾਂ ਤੇ ਆਉਣੀਆਂ ਹੀ ਆਉਣੀਆਂ। ਮੈਂ ਹੜਤਾਲਾਂ ਦੀ ਗੱਲ ਕਰ, ਮੈਂ ਸਿਰਫ ਹੜਤਾਲਾਂ ਦੀ ਗੱਲ ਕਰ ਰਿਹਾ। ਸਾਡੇ ਦਫ਼ਤਰਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਧਰਨੇ ਪ੍ਰਦਰਸ਼ਨ ਹੋਏ, ਹੁਣ ਵੀ ਹੁੰਦੇ ਆ, ਕਿ ਸੜਕ ਜਾਮ ਕਰ ਦਿੱਤੀ ਜਾਂਦੀ ਹੈ, ਔਰ ਜਿਹੜਾ ਸੜਕ ਜਾਮ ਕਰਕੇ ਜਿੱਥੇ ਲੋਕ ਬੈਠਦੇ ਆ ਉੱਥੇ ਕੋਈ ਹੋ ਸਕਦਾ ਹੈ 200 400 500 ਲੋਕ ਹੋਣ, 1000 ਵੀ ਹੋ ਸਕਦੇ ਹੈ, ਔਰ ਉਦੋਂ 10 ਗੁਣਾ ਜ਼ਿਆਦਾ ਲੋਕ ਸੜਕਾਂ ਤੇ ਟ੍ਰੈਫਿਕ ਜਾਮ ਦੇ ਵਿੱਚ ਫਸੇ ਹੁੰਦੇ ਹੈ। ਉਦੋਂ ਫਿਰ ਕਿਹਦੀ ਗੱਲ ਕੀਤੀ ਜਾਵੇ ਤੇ ਕਿਹਦੀ ਨਾ ਕੀਤੀ ਜਾਵੇ? ਮੈਂ ਥੋੜਾ ਜਿਹਾ ਇਹ ਸਮਝਣਾ ਚਾਹੁੰਦਾ। ਨਹੀਂ ਬਰਾੜ ਸਾਹਿਬ, ਮੈਂ ਪਹਿਲਾਂ ਕਲੀਅਰ ਕਰ ਚੁੱਕਿਆ ਕਿ ਅਸੀਂ ਸਿਵਲ ਸਰਵਿਸ ਰੂਲ ਜਿਹੜਾ CSR ਸਾਡੇ ਤੇ ਲਾਗੂ ਹੁੰਦਾ ਹੈ ਉਹਦੇ ਦਾਇਰੇ 'ਚ ਰਹਿ ਕੇ ਆਪਣਾ ਐਜੀਟੇਸ਼ਨ ਕਰਦੇ ਹਾਂ। ਅਸੀਂ ਕਦੀ ਵੀ ਰਸਤੇ ਬਲੌਕ ਨਹੀਂ ਕੀਤੇ। ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਹਾਂ। ਕੋਈ ਸੂਬਾ ਪੱਧਰੀ ਰੈਲੀ ਕਰਨੀ ਉਹ ਵੀ ਸ਼ਾਂਤਮਈ ਢੰਗ ਨਾਲ ਕਰਦੇ ਹਾਂ। ਅਸੀਂ ਕਦੀ ਵੀ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਨੂੰ ਤੰਗੀ ਦੇਣ ਬਾਰੇ ਨਹੀਂ ਸੋਚਿਆ। ਸੋ ਮੇਰੀ ਮਾਨ ਸਾਹਿਬ ਨੂੰ ਇਹ ਅਪੀਲ ਵੀ ਆ ਤੇ ਤੁਹਾਡੇ ਮਾਧਿਅਮ ਰਾਹੀਂ ਸੁਨੇਹਾ ਵੀ ਹੈ ਕਿ ਮਾਨ ਸਾਹਿਬ, ਤੁਸੀਂ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਅਪਣਾਉਣ ਦੀ ਬਜਾਏ ਸਾਡੀ ਜਥੇਬੰਦੀ ਨੂੰ ਮੀਟਿੰਗ ਲਈ ਬੁਲਾਉਂਦੇ, ਸਾਡੀਆਂ ਮੰਗਾਂ ਨੂੰ ਸੁਣਦੇ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਫੈਸਲਾ ਲੈਂਦੇ। ਸੋ ਇਹ ਫੈਸਲੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਜਥੇਬੰਦੀ ਨੂੰ ਮਿਲ ਕੇ ਉਹਨਾਂ ਦੀਆਂ ਇੱਕ ਵਾਰੀ ਮੰਗਾਂ ਤਾਂ ਸੁਣੋ,
ਮੰਗਾਂ ਸੁਣਨ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਸਾਡੀਆਂ ਕਿੰਨੀਆਂ ਮੰਗਾਂ ਜਾਇਜ਼ ਨੇ, ਫਿਰ ਉਸ ਤੋਂ ਬਾਅਦ ਵਿੱਚ ਕੋਈ ਅਗਲਾ ਫੈਸਲਾ ਜੋ ਲੈਣਾ ਮਾਨ ਸਾਹਿਬ ਉਹ ਲੈ ਸਕਦੇ ਆ ਜੀ। ਤੁਹਾਡੀ ਹੜਤਾਲ ਸਟੈਂਡ ਕਰਦੀ ਹੈ? ਸੋ ਸਾਡੀ ਨਹੀਂ, ਦੇਖੋ ਸਾਨੂੰ ਹੜਤਾਲ ਕਰਨ ਦਾ ਕੋਈ ਸ਼ੌਕ ਨਹੀਂ ਹੈ ਜੀ, ਪਰ ਅਸੀਂ ਆਲਰੇਡੀ 1.5 ਸਾਲ ਤੋਂ ਸਰਕਾਰ ਨੂੰ ਸਮਾਂ ਦੇ ਚੁੱਕੇ ਹਾਂ। ਅਸੀਂ ਨਹੀਂ, ਹੁਣ 11 ਤਰੀਕ ਦੀ ਸਟੈਂਡ ਕਰਦੀ ਹੈ ਕਿ ਨਹੀਂ? ਤੁਸੀਂ ਮੈਂ ਸਿੱਧਾ ਸਵਾਲ ਪੁੱਛ ਰਿਹਾ, 11 ਤਰੀਕ ਦੀ ਹੜਤਾਲ ਸਟੈਂਡ ਕਰਦੀ ਹੈ ਕਿ ਨਹੀਂ? ਦੇਖੋ, ਜੇ ਤਾਂ ਸੀਐਮ ਸਾਹਿਬ ਸਾਡੀਆਂ ਮੰਗਾਂ ਦੀ ਪੂਰਤੀ ਕਰਨ ਲਈ ਸਾਨੂੰ ਮੀਟਿੰਗ 'ਚ ਬੁਲਾ ਲੈਂਦੇ ਨੇ ਔਰ ਸਾਡੀਆਂ ਮੰਗਾਂ ਦੀ ਪੂਰਤੀ ਕਰ ਦਿੰਦੇ ਨੇ ਤੇ ਅਸੀਂ ਆਪਣੀ ਸਟ੍ਰਾਈਕ ਵਾਪਸ ਲਵਾਂਗੇ। ਸਾਨੂੰ ਕਿਸੇ ਤਰ੍ਹਾਂ ਦਾ ਹੜਤਾਲ ਕਰਨ ਦਾ ਕੋਈ ਸ਼ੌਕ ਨਹੀਂ ਹੈ। ਪਰ ਜੇਕਰ 2.5 ਸਾਲਾਂ ਤੋਂ ਸਾਡੀਆਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਨੇ, ਸਾਡੇ ਬਹੁਤੇ ਕਰਮਚਾਰੀ ਬਿਨਾਂ ਪ੍ਰਮੋਸ਼ਨਾਂ ਤੋਂ ਰਿਟਾਇਰ ਹੋ ਚੁੱਕੇ ਨੇ, ਸੋ ਇਸ ਕਰਕੇ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤੇ ਸਾਡੀ ਜਿਹੜੀ ਹੜਤਾਲ ਆ ਉਹ ਬਰਕਰਾਰ ਰਹੇਗੀ ਜੀ। ਠੀਕ ਹੈ, ਸਾਡੇ ਨਾਲ ਹੋਰ ਵੀ ਮਹਿਮਾਨ ਜੁੜੇ ਹੋਏ ਨੇ। ਦਿਆਲ ਸਿੰਘ ਸੋਢੀ ਸਾਹਿਬ ਜੁੜੇ ਨੇ ਬੀਜੇਪੀ ਤੋਂ। ਸੋਢੀ ਸਾਹਿਬ, ਕਿਵੇਂ ਦੇਖਦੇ ਹੋ ਇਸ ਪੂਰੀ ਕਵਾਇਦ ਨੂੰ? ਜੋ ਗੱਲ ਮੁਲਾਜ਼ਮ ਜਥੇਬੰਦੀਆਂ ਦੀ ਹੈ ਉਹ ਵੀ ਉਹਨਾਂ ਨੇ ਆਪਣੀ ਡਿਟੇਲਡ ਜਿਹੜੀ ਗੱਲ ਹੈ ਉਹ ਕਹਿ ਦਿੱਤੀ ਹੈ, ਔਰ ਜੋ ਸਰਕਾਰ ਦਾ ਰੁਖ ਹੈ ਉਹ ਤਾਂ ਸਪਸ਼ਟ ਤੌਰ ਤੇ ਸਾਹਮਣੇ ਆ ਹੀ ਗਿਆ। ਵਿਜੇਪਾਲ ਜੀ, ਜਿਹੜੀ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ, ਇਸ ਵਿਸ਼ੇ ਦੇ ਉੱਪਰ ਡਿਬੇਟਾਂ ਪਹਿਲਾਂ ਵੀ ਹੋਈਆਂ, ਲੇਕਿਨ ਜਿਸ ਤਰ੍ਹਾਂ ਦਾ ਅੱਜ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜਿਸ ਤਰ੍ਹਾਂ ਦਾ ਮੁਲਾਜ਼ਮਾਂ ਨੂੰ ਇੱਕ ਚੇਤਾਵਨੀ ਦਿੱਤੀ ਹੈ, ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਜਦੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਆ ਸਾਡੇ ਪੰਜਾਬ ਦੇ ਬਣੇ ਨੇ, ਤੇ ਜਦੋਂ ਉਹ ਮੁਲਾਜ਼ਮ ਜਥੇਬੰਦੀਆਂ ਦੇ ਧਰਨੇ ਲੱਗੇ ਹੁੰਦੇ ਸੀ ਤੇ ਉਹਨਾਂ ਧਰਨਿਆਂ ਦੇ ਉੱਪਰ ਬੈਠ ਕੇ ਮੌਜੂਦਾ ਸਰਕਾਰ ਕੋਈ ਵੀ ਸੀ, ਚਾਹੇ ਕਾਂਗਰਸ ਦੀ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸੀ, ਤੇ ਉਦੋਂ ਇਹ ਕੋਸ ਕੇ ਜਿਹੜਾ ਸੀਗਾ ਉਹ ਸਰਕਾਰ ਨੂੰ ਭੰਡਦੇ ਹੁੰਦੇ ਸੀ। ਔਰ ਮੈਨੂੰ ਲੱਗਦਾ ਕਿ ਜਦੋਂ ਕਿਸੇ ਬੰਦੇ ਦੇ ਉੱਪਰ ਜ਼ਿੰਮੇਵਾਰੀ ਪੈਂਦੀ ਹੈ ਤੇ ਜਦੋਂ ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕਦਾ ਤੇ ਫਿਰ ਇਹੋ ਜਿਹੇ ਬਿਆਨ ਦੇ ਕੇ ਮੈਂ ਸਮਝਦਾ ਕਿ ਸੂਬੇ ਦੇ ਵਿੱਚ ਚਾਹੇ ਉਹ ਗਵਰਨਰ ਸਾਹਿਬ ਦੇ ਨਾਲ ਹੈ ਤੇ ਚਾਹੇ ਅੱਜ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਜਿਹੜਾ ਟਕਰਾਓ ਹੈ, ਇਹ ਮੈਂ ਸਮਝਦਾ ਕਿ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਹੈ। ਠੀਕ ਹੈ, ਕਿਉਂਕਿ ਜਦੋਂ ਸਾਨੂੰ ਉਹ ਗੱਲ ਵੀ ਯਾਦ ਹੈ ਕਿ ਜਦੋਂ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਜਿਹੜਾ ਸੂਬਾ ਹੋਊਗਾ ਉਹਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਧਰਨਾ ਮੁਕਤ ਹੋ ਜਾਏਗਾ, ਤੋਂ ਰਹਿਤ ਹੋਊਗਾ, ਇਹ ਧਰਨਿਆਂ ਤੋਂ ਮੁਕਤ ਹੋ ਜਾਏਗਾ। ਲੇਕਿਨ ਅੱਜ ਜਿਸ ਤਰ੍ਹਾਂ ਦੀ ਮੈਂ ਸਮਝਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਪਰ ਬਿਲਕੁਲ ਸਾਡਾ ਜ਼ੀਰੋ ਟੋਲਰੈਂਸ ਹੈ। ਅਸੀਂ ਬਿਲਕੁਲ ਸਮਝੌਤਾ ਨਹੀਂ ਕਰਦੇ, ਲੇਕਿਨ ਜਿਹੜੇ ਵਿਅਕਤੀਆਂ ਨੂੰ ਅਧਿਕਾਰ ਮਿਲਿਆ ਤੇ ਉਹ ਉਹਨਾਂ ਅਧਿਕਾਰਾਂ ਦੇ ਨਾਲ ਕਰਤੱਵ ਨੂੰ ਸਮਝਦੇ ਹੋਏ ਜੇ ਆਪਣੀ ਸਟ੍ਰਾਈਕ ਕਰਦੇ ਨੇ, ਪਹਿਲਾਂ ਤਾਂ ਸਾਨੂੰ ਇਹ ਸੋਚਣਾ ਪਊਗਾ ਕਿ ਉਹ ਸਟ੍ਰਾਈਕ ਕਿਉਂ ਕਰਦੇ ਨੇ, ਉਹਨਾਂ ਨੂੰ ਕਿਉਂ ਲੋੜ ਪਈ। ਤੁਹਾਡੇ ਯਾਦ ਹੋਵੇਗਾ ਕਿ ਜਿਹੜੇ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ। ਠੀਕ ਹੈ, ਉਹਨਾਂ ਨੇ ਬਿਆਨ ਤਾਂ ਦਿੱਤਾ ਹੈ ਕਿ ਉਹ ਐਡੀ ਵੱਡੀ ਕਾਰਵਾਈ ਕਰ ਪਾਉਣਗੇ। ਤੁਹਾਡੇ ਯਾਦ ਹੋਵੇਗਾ ਜਦੋਂ ਮੁਹਾਲੀ ਦੇ ਵਿੱਚ ਇੱਕ ਪਲਾਟ ਦੇ ਵਿੱਚ IAS ਅਫਸਰ ਦਾ ਨਾਮ ਆਇਆ ਔਰ IAS ਅਫਸਰਾਂ ਦੀ ਜਿਹੜੀ ਲੌਬੀ ਸੀ ਉਹਨਾਂ ਨੇ ਸਰਕਾਰ ਨੂੰ ਜਿਹੜਾ ਉਸ ਫੈਸਲੇ ਦੇ ਉੱਪਰ ਝੁਕਾਤਾ। ਦੂਜੇ ਪਾਸੇ ਜਦੋਂ RTA ਦੇ ਵਿੱਚ PCS ਅਫਸਰ ਤੇ ਕੋਈ ਮਸਲਾ ਆਇਆ ਭ੍ਰਿਸ਼ਟਾਚਾਰ ਦਾ, ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ, ਉਸ ਸਮੇਂ ਵੀ ਸਰਕਾਰ ਨੂੰ ਉਹਨਾਂ ਦੇ ਅੱਗੇ ਝੁਕਣਾ ਪਿਆ। ਜਦੋਂ ਮਾਲ ਅਫਸਰਾਂ ਦੇ ਕੋਈ ਭ੍ਰਿਸ਼ਟਾਚਾਰ ਦੀ ਗੱਲ ਆਈ ਉਦੋਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਇਹ ਸੂਬੇ ਦੇ ਹਿੱਤ ਵਿੱਚ ਗੱਲ ਨਹੀਂ ਹੈ। ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਗੱਲਬਾਤ ਕਰਕੇ ਜੇ ਉਹਨਾਂ ਦੀ ਕੋਈ ਮੰਗ ਰਹਿੰਦੀ ਹੈ ਉਹ ਮੌਕੇ ਤੇ ਪੂਰੀ ਕਰਨੀ ਚਾਹੀਦੀ ਹੈ। ਜੇ ਕੋਈ ਰਹਿ ਗਈ ਤੇ ਉਹਦੇ ਲਈ ਕੋਈ ਕਮਿਸ਼ਨ ਬਿਠਾ ਕੇ ਜਾਂ ਕੋਈ ਕਮੇਟੀ ਬਿਠਾ ਕੇ ਉਸ ਜਿਹੜੀ ਅਧੂਰੀ ਮੰਗ ਨੂੰ ਪੂਰਾ ਕਰਨਾ ਚਾਹੀਦਾ। ਠੀਕ ਹੈ, ਪੀਰ ਮੁਹੰਮਦ ਜੀ ਤੁਹਾਡਾ ਕਮੈਂਟ ਚਾਹੂੰਗਾ ਮੈਂ ਇਸ ਤੇ। ਬਰਾੜ ਸਾਹਿਬ, ਗੱਲ ਇਹ ਆ ਕਿ ਦੇਖੋ ਇਹ ਜਿਹੜੀ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚੋਂ ਬਣੀ ਹੋਈ ਪਾਰਟੀ ਆਮ ਆਦਮੀ ਪਾਰਟੀ ਅੱਜ ਇਹੋ ਜਿਹੀਆਂ ਧਮਕੀਆਂ ਹਿਟਲਰ ਸ਼ਾਹੀ ਇਸ ਤਰੀਕੇ ਦੇ ਨਾਲ ਪੇਸ਼ ਆਉਣਾ ਕਿ ਦੇਖੋ ਜੀ ਤੁਹਾਡੀਆਂ ਕਲਮਾਂ ਜਿਹੜੀਆਂ ਉਹ ਅੱਗੇ ਹੋਰ ਫੜਾ ਦਿਆਂਗੇ। ਭਾਈ ਜਿਨ੍ਹਾਂ ਤੁਹਾਨੂੰ ਕਲਮਾਂ ਫੜਾਈਆਂ ਨੇ ਉਹ ਪੰਜਾਬ ਦੇ ਲੋਕ ਨੇ, ਉਹਨਾਂ ਦੇ ਧੀਆਂ ਪੁੱਤ ਨੇ ਮੁਲਾਜ਼ਮ ਜਿਹੜੇ ਕੋਈ ਕਾਨੂੰਗੋ ਬਣਿਆ, ਕੋਈ ਪਟਵਾਰੀ ਬਣਿਆ, ਕੋਈ ਕਿਸੇ ਰੁਤਬੇ ਤੇ ਕੋਈ ਕਿਸੇ ਰੁਤਬੇ ਤੇ।
ਦੇਖੋ ਜਿਹੜੀ ਤਕਲੀਫ ਹੁੰਦੀ ਹੈ ਜਦੋਂ ਵੀ ਕਿਸੇ ਮੁਲਾਜ਼ਮ ਨੂੰ ਹੁੰਦੀ ਹੈ, ਕਿਸੇ ਅਫੀਸਰ ਨੂੰ ਹੁੰਦੀ ਹੈ, ਤਾਂ ਉਹਨੇ ਸਰਕਾਰ ਦੇ ਸਾਹਮਣੇ ਰੱਖਣੀ ਹੁੰਦੀ ਹੈ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਿਹੜੇ ਭ੍ਰਿਸ਼ਟਾਚਾਰ ਦੀ ਗੱਲ ਅਬਾਬ ਸਿੰਘ ਗਰੇਵਾਲ ਕਹਿੰਦੇ ਨੇ, ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ 2 ਤਾਂ ਮੰਤਰੀ ਆਪਣੇ, ਇੱਕ ਮੰਤਰੀ ਨੂੰ ਤਾਂ ਤੁਸੀਂ ਜੇਲ੍ਹ 'ਚ ਦਿੱਤਾ ਔਰ ਫਿਰ ਉਹਨੂੰ ਆਪਣੀ ਪਾਰਟੀ ਦੇ ਵਿੱਚ ਅਜੇ ਤੱਕ ਬਿਠਾਇਆ ਹੋਇਆ, ਦੂਸਰੇ ਮੰਤਰੀ ਕੋਲੋਂ ਤੁਸੀਂ ਅਸਤੀਫਾ ਲਿਆ ਸਰਾਰੀ ਸਾਹਿਬ ਕੋਲੋਂ, ਤੇ ਤੀਸਰਾ ਐਮਐਲਏ ਤੁਹਾਡਾ ਪਤਾ ਨਹੀਂ ਜੇਲ੍ਹ ਦੇ ਵਿੱਚ ਜਾਂ ਉਹਦੀ ਬੇਲ ਹੋ ਗਈ ਹੈ। ਤੇ ਤੁਸੀਂ ਕਿਹੜੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੀ ਗੱਲ ਕਰਦੇ ਹੋ? ਜਦੋਂ ਜੇ ਤੁਸੀਂ ਕਹਿੰਦੇ ਜੀ ਉੱਪਰੋਂ ਸ਼ੁਰੂ ਕਰਨਾ ਤੇ ਉੱਪਰੋਂ ਦਾ ਭ੍ਰਿਸ਼ਟਾਚਾਰ ਤੁਸੀਂ ਆਪ ਸ਼ੁਰੂ ਕਰ ਦਿੱਤਾ ਤੇ ਥੱਲੇ ਤੱਕ ਭ੍ਰਿਸ਼ਟਾਚਾਰ। ਹੁਣ ਤੁਹਾਡੇ ਐਮਐਲਏ ਸਾਹਿਬਾਨ ਜਾ ਕੇ ਜਿਹੜੇ ਆ ਮਾਲ ਅਫਸਰਾਂ ਦੀਆਂ ਕੁਰਸੀਆਂ ਦੇ ਉੱਤੇ ਬੈਠਣਗੇ ਤਾਂ ਕੀ ਮੈਸੇਜ ਜਾਏਗਾ? ਆਪਣੀ ਕੁਰਸੀ ਤੁਹਾਡੇ ਕੋਲ ਸੰਭਾਲੀ ਨਹੀਂ ਜਾਂਦੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੈ, ਇੱਕ ਨਾ ਉਹਦੇ ਤੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲਾ ਜਾਵੇ। ਹੁਣ ਤੁਸੀਂ ਦੇਖੋ ਇਹ 4 ਦਿਨ ਇਹੋ ਰੌਲਾ ਚੱਲਦਾ ਰਹੇਗਾ, ਅਖੀਰ ਇਹਨਾਂ ਨੇ ਮੁਲਾਜ਼ਮਾਂ ਨਾਲ ਬੈਠਣਾ, ਹੜਤਾਲ ਵੀ ਵਾਪਸ ਹੋਣੀ ਹੈ, ਸਭ ਕੁਝ ਹੋਣਾ। ਲੇਕਿਨ ਇੱਕ ਜਿਹੜਾ ਅਸਲ ਮੁੱਦੇ ਕੀ ਹੈ? ਪੰਜਾਬ ਦੇ ਵਿੱਚ ਹੜ੍ਹ ਆਏ ਨੇ, ਥਾਂ ਦੇ ਉੱਤੋਂ ਬੰਨ ਟੁੱਟ ਰਹੇ ਨੇ, ਲੋਕ ਆਪਣੀ ਕਿਸਮਤ ਦਾ ਫੈਸਲਾ ਆਪ ਲੈ ਰਹੇ ਨੇ, ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਕੇਂਦਰ ਦੇ ਨਾਲ ਟਕਰਾਅ ਹੈ, ਗਵਰਨਰ ਸਾਹਿਬ ਇਹਨਾਂ ਨੂੰ ਧਮਕੀਆਂ ਦੇ ਰਹੇ ਆ, ਇਹ ਉਹਨਾਂ ਨੂੰ ਧਮਕੀਆਂ ਦੇ ਰਹੇ ਆ। ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿ ਲੋਕ ਕੋਈ ਸੁਸਾਈਡ ਕਰ ਰਿਹਾ ਹੈ, ਕੋਈ ਥਾਣਿਆਂ ਦੇ ਵਿੱਚ ਕੁੱਟਮਾਰ ਹੋਈ ਜਾ ਰਹੀ ਹੈ, ਕੋਈ ਥਾਣੇ ਦੇ ਵਿੱਚ ਜਾ ਕੇ ਲੋਕ ਹੀ ਥਾਣੇ ਦੇ ਲੋਕਾਂ ਨੂੰ ਕੁੱਟੀ ਜਾ ਰਹੇ ਆ। ਕਿਹੋ ਜਿਹੇ ਮਾਹੌਲ ਦੇ ਵਿੱਚੋਂ ਅੱਜ ਗੁਜ਼ਰ ਰਿਹਾ ਪੰਜਾਬ, ਤੇ ਇਹ ਕਹਿੰਦੇ ਕਿ ਲਾ ਐਂਡ ਆਰਡਰ ਬਹੁਤ ਵਧੀਆ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਦੇਖੋ ਸੂਬੇ ਦੀ ਕਿਹੋ ਜਿਹੀ ਤਰੱਕੀ ਹੋਵੇਗੀ? ਕੀ ਇੱਥੇ ਇੰਡਸਟਰੀ ਲੱਗੇਗੀ? ਜਿਹੜੀ ਇੰਡਸਟਰੀ ਲੱਗੀ ਹੋਈ ਹੈ ਕੀ ਉਹ ਭੱਜੇਗੀ ਨਹੀਂ? ਇਸ ਦੇ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਕਿ ਕਿਵੇਂ ਬਾਦਲ ਸਾਹਿਬ ਬੜੇ ਪਿਆਰ ਦੇ ਨਾਲ ਮੁਲਾਜ਼ਮਾਂ ਦੇ ਨਾਲ ਪੇਸ਼ ਆਉਂਦੇ ਸੀ ਤੇ ਅੱਜ ਵੀ ਉਹਨਾਂ ਨੂੰ ਮੁਲਾਜ਼ਮ ਯਾਦ ਕਰਦੇ ਆ। ਲੇਕਿਨ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ, ਅਸੀਂ ਜੀ ਤੁਹਾਡੇ ਕੋਲ ਕਲਮਾ ਖੋਲਾਂਗੇ, ਤੁਹਾਡੀ ਜਗ੍ਹਾ ਹੋਰ ਭਰਤੀ ਕਰ ਲਾਂਗੇ। ਤੇ ਮੈਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਾਂਗਾ ਕਿ ਦੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਭੁਲੇਖੇ ਦੇ ਨਾਲ ਜਿਹੜੀ ਗਲਤੀ ਕੀਤੀ ਹੈ ਉਹਦੇ ਵਿੱਚ ਆਪਣਾ ਸੁਧਾਰ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਸਿਰਜਣ ਦੀ ਲੋੜ ਹੈ। ਲੋਕਾਂ ਦੇ ਨਾਲ ਇੱਕ ਪਬਲਿਕ ਡੀਲਿੰਗ ਜਿਹੜੀ ਉਹ ਵਧੀਆ ਹੋਣੀ ਚਾਹੀਦੀ। ਕਈ ਥਾਵਾਂ ਤੇ ਵੀਡੀਓ ਫੁਟੇਜ ਵੀ ਆ ਰਹੇ ਨੇ ਸਾਹਮਣੇ ਕਿ ਕੋਈ ਇੱਕ ਆ ਮੈਂ ਵੇਖ ਰਿਹਾ ਸੀ ਇੱਥੇ ਸ਼ਾਇਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਏਰੀਏ ਦੀ ਹੈ ਕਿ ਇੱਕ ਕੋਈ ਤਹਿਸੀਲਦਾਰ ਬੀਬੀ ਹੈ, ਉਹਦੇ ਕੋਲ ਕੋਈ ਆਧਾਰ ਕਾਰਡ ਬਣਾਉਣ ਜਾ ਰਿਹਾ ਤੇ ਉਹ ਕਹਿੰਦੇ ਜੀ ਪਹਿਲਾਂ ਉਹਨਾਂ ਨਾਲ ਬਾਹਰ ਗੱਲ ਕਰੋ। ਉਹ ਵੀਡੀਓ ਫੁਟੇਜ ਦੇ ਵਿੱਚ ਆਣ ਕੇ ਆਪਣਾ ਜਿਹੜਾ ਵਿਅਕਤੀ ਹੈ ਉਹ ਕਹਿੰਦਾ ਜੀ ਇਹ ਤਾਂ 150-200 ਰੁਪਏ ਦਾ ਕੰਮ ਹੈ, ਤੁਸੀਂ 500 ਕਾਹਦਾ ਮੰਗ ਰਹੇ ਹੋ? ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਰੋਜ਼ ਹੀ ਆਪਾਂ ਆ ਰਹੀਆਂ ਨੇ ਟੀਵੀ ਚੈਨਲਾਂ ਤੇ। ਤੁਸੀਂ ਚੰਗਾ ਹੈ ਕਿ ਤੁਸੀਂ ਅੱਜ ਇਸ ਪਾਸੇ ਵੱਲ ਧਿਆਨ ਦਿੱਤਾ, ਪਰ ਇਹ ਜਿਹੜੀ ਹੜਤਾਲ ਹੈ ਇਸ ਹੜਤਾਲ ਤੋਂ ਪਹਿਲਾਂ ਟੇਬਲ ਟਾਕ ਕੀਤੀ ਜਾਂਦੀ ਔਰ ਇਹਨਾਂ ਮੁਲਾਜ਼ਮਾਂ ਨੂੰ ਸੰਤੁਸ਼ਟ ਕੀਤਾ ਜਾਂਦਾ। ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਹੱਕ ਖੋਇਆ ਨਹੀਂ ਜਾਣਾ ਚਾਹੀਦਾ। ਮੈਂ ਕਮਰ ਹਰਪ੍ਰੀਤ ਜੀ ਵੀ ਬੈਠੇ ਨੇ। ਕਮਰ ਹਰਪ੍ਰੀਤ ਜੀ ਤੁਹਾਡੇ ਤੋਂ ਵੀ ਕਮੈਂਟ ਚਾਹੂੰਗਾ, ਫਿਰ ਮੈਂ ਅਬਾਬ ਗਰੇਵਾਲ ਜੀ ਕੋਲੋਂ ਕਈ ਸਾਰੇ ਸਵਾਲ ਇਕੱਠੇ ਹੋ ਗਿਆ। ਵੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਹੜਤਾਲ ਜੇਕਰ ਕਿਸੇ ਵੀ ਮੁਲਾਜ਼ਮ ਵਰਗ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ, ਇਹ ਤਾਂ ਆਪਾਂ ਜਾਣਦੇ ਹਾਂ। ਬਿਲਕੁਲ ਠੀਕ ਹੈ। ਲੇਕਿਨ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਕਈ ਵਾਰੀ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਕਰਮਚਾਰੀਆਂ ਨੂੰ ਹੜਤਾਲ ਕੀਤੇ ਬਿਨਾਂ ਵੀ ਉਹਨਾਂ ਦਾ ਸਰਦਾ ਨਹੀਂ, ਜਾਂ ਕਹਿ ਲਓ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ। ਹੁਣ ਜਿਹੜਾ ਤੁਸੀਂ ਗੱਲ ਕੀਤੀ ਕਿ ਐਸਮਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ, ਮੈਂ ਸਮਝਦਾ ਇਹ ਇੱਕ ਬਹਾਨੇ ਨਾਲ, ਆਨੇ ਬਹਾਨੇ ਲੋਕਤੰਤਰ ਦਾ ਗਲਾ ਘੁੱਟਣ ਦੀ ਸਾਜ਼ਿਸ਼ ਹੈ। ਕਿਉਂਕਿ ਜਿਹੜੇ ਕੋਈ ਕਰਮਚਾਰੀ, ਜਿਹੜੇ ਵੀ ਕੋਈ ਵਿਭਾਗ ਦੀ ਗੱਲ ਕਰੀਏ ਕਿ ਉਹਨਾਂ ਦੇ ਅੰਦਰ ਜੋ ਕਮੀਆਂ ਨੇ ਜਾਂ ਉਹਨਾਂ ਦੇ ਪੈਸੇ ਲੈਂਦੇ, ਜਿਵੇਂ ਤੁਸੀਂ ਦੱਸਿਆ ਵੀ ਫੜੇ ਜਾਂਦੇ ਨੇ ਤੇ ਉਹ ਹੜਤਾਲ ਤੇ ਬੈਠ ਜਾਂਦੇ ਨੇ, ਉਸ ਦੇ ਬਹਾਨੇ ਸਾਰੇ ਮੁਲਾਜ਼ਮ ਵਰਗ ਨੂੰ, ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਰੇ ਮੁਲਾਜ਼ਮ ਵਰਗ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵਾਂਝਾ ਕਰਨ ਦਾ ਯਤਨ ਇਹ ਸਰਕਾਰ ਕਰ ਰਹੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦਾ ਯਤਨ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਦੇਖੋ ਇਮਾਨਦਾਰੀ ਦੇ ਜਿਹੜੇ ਮਾਪਦੰਡ ਹੁੰਦੇ ਨੇ ਨਾ, ਜਿਹੜੇ ਪੈਰਾਮੀਟਰ ਹੁੰਦੇ ਨੇ, ਉਹ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ। ਹੁਣ ਰੋਜ਼ ਤਾਂ ਇਹਨਾਂ ਦੇ ਐਮਐਲਏ ਪੈਸੇ ਲੈਂਦੇ ਫੜੇ ਜਾਂਦੇ ਨੇ, ਇਹਨਾਂ ਦੇ ਮੰਤਰੀ ਪੈਸੇ ਲੈਂਦੇ ਫੜੇ ਜਾਂਦੇ ਨੇ, ਕਦੇ ਇਹਨਾਂ ਦੇ ਮੰਤਰੀ ਜਿਹੜੇ ਜ਼ਮੀਨ ਘੁਟਾਲੇ 'ਚ ਫੜੇ ਜਾਂਦੇ ਨੇ, ਕਦੇ ਉਹ ਪੈਸੇ ਮੰਗਦੇ, ਉਹਨਾਂ ਦੀਆਂ ਆਡੀਓ ਲੀਕ ਹੋ ਜਾਂਦੀਆਂ। ਉਹਨਾਂ ਲਈ ਮਾਪਦੰਡ ਕੋਈ ਹੋਰ ਹੈ ਤੇ ਜਿਹੜੇ ਮੁਲਾਜ਼ਮ ਨੇ, ਕਿਉਂਕਿ ਇਹ ਵਿਚਾਰੇ ਇਹ ਬੜੇ ਹੇਠਲੇ ਦਰਜੇ ਦੇ ਮੁਲਾਜ਼ਮ ਨੇ, ਕਿਉਂਕਿ ਇਹ ਸਿਆਸੀ ਨਹੀਂ ਨੇ, ਕਿਉਂਕਿ ਇਹਨਾਂ ਦੀ ਜਿਹੜੀ ਇਹ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ
ਜਿਹੜੀ ਇੰਟਰਫੇਰੈਂਸ ਨਹੀਂ ਹੈ, ਕਿਉਂਕਿ ਇਹ ਮੁਲਾਜ਼ਮ ਨੇ, ਕਿਉਂਕਿ ਇਹਨਾਂ ਨੂੰ ਮੁਲਾਜ਼ਮ ਹੀ ਕਿਹਾ ਜਾਂਦਾ ਹੈ, ਇਹ ਕੋਈ ਸਿਆਸੀ ਨਹੀਂ ਨੇ, ਇਹ ਕੋਈ ਐਮਐਲਏ ਮੰਤਰੀ ਨਹੀਂ ਨੇ। ਇਸ ਕਰਕੇ ਇਹਨਾਂ ਦਾ ਦਮਨ ਕੀਤਾ ਜਾ ਰਿਹਾ ਹੈ। ਕਿਉਂ ਮਾਨ ਸਾਹਿਬ ਆਪਣੇ ਜਿਹੜੇ ਵਜ਼ਾਰਤ ਵਿੱਚ ਬੈਠੇ ਲੋਕ ਨੇ ਉਹਨਾਂ ਕੋਲੋਂ ਉਹੀ ਸਵਾਲ, ਉਹਨਾਂ ਦੇ ਬਾਰੇ ਉਹੀ ਬਿਆਨਬਾਜ਼ੀਆਂ। ਨਹੀਂ, ਸੀਐਮ ਸਾਹਿਬ ਨੇ ਜਿਹੜੀ ਅੱਜ ਗੱਲ ਕਹੀ ਹੈ, ਹਰਪ੍ਰੀਤ ਜੀ ਇੱਕ ਸੈਕਿੰਡ, ਸੀਐਮ ਸਾਹਿਬ ਨੇ ਅੱਜ ਜਿਹੜੀ ਗੱਲ ਕਹੀ ਹੈ ਕਿ ਮੋਟੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਔਰ ਹੜਤਾਲ ਕਿਸੇ ਤਰੀਕੇ ਨਾਲ ਵਾਜਿਬ ਨਹੀਂ ਹੈ ਜਿੱਥੇ ਆਮ ਲੋਕ ਖੱਜਲ ਖੁਆਰ ਹੁੰਦੇ ਨੇ। ਜੇ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਵੱਡਾ ਤਬਕਾ ਹੈ ਤਾਂ ਲੋਕ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਨੇ। ਪੰਜਾਬ ਦੀ 3 ਕਰੋੜ ਆਬਾਦੀ ਹੈ, ਉਸ ਚੋਂ ਮੁਲਾਜ਼ਮ ਜੇ ਹੈਗੇ ਨੇ ਤਾਂ ਲੋਕਾਂ ਦਾ ਵੀ ਇੱਕ ਵੱਡਾ ਤਬਕਾ ਹੈ ਜਿਹਨੂੰ ਉਸ ਹੜਤਾਲ ਨਾਲ ਖੱਜਲ ਖੁਆਰੀ ਹੁੰਦੀ ਹੈ। ਉਹ ਤਾਂ ਮੈਂ ਕਹਿ ਹੀ ਰਿਹਾ, ਹਾਂ ਉਹ ਤਾਂ ਮੈਂ ਕਹਿ ਹੀ ਰਿਹਾ ਬਰਾੜ ਸਾਹਿਬ, ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਬਿਨਾਂ ਸ਼ੱਕ ਹੁੰਦੀ ਹੈ, ਲੇਕਿਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਦਾ ਦਮਨ ਵੀ ਨਹੀਂ ਨਾ ਕੀਤਾ ਜਾ ਸਕਦਾ। ਤੇ ਜਿੱਥੇ ਤੱਕ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ, ਤਨਖਾਹ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਮਿਲਦੀ, ਤਨਖਾਹ ਇਹਨਾਂ ਦੇ ਵਿਧਾਇਕਾਂ ਨੂੰ ਨਹੀਂ ਮਿਲਦੀ ਜਿਹੜੇ ਲੋਕਾਂ ਦੀਆਂ ਕੋਠੀਆਂ ਦਬਦੇ ਫਿਰਦੇ ਆ। ਤਨਖਾਹਾਂ ਕਿਹਨਾਂ ਨੂੰ ਨਹੀਂ ਮਿਲਦੀਆਂ? ਜਿਹੜੇ ਬੜੇ ਸਰਕਟ ਹਾਊਸਾਂ ਦੇ ਵਿੱਚ ਪੈਸੇ ਲੈਂਦੇ ਫੜੇ ਜਾਂਦੇ ਆ, ਤਨਖਾਹ ਤਾਂ ਉਹ ਵੀ ਲੈਂਦੇ ਆ। ਫਿਰ ਉਹ ਕਿਉਂ, ਉਹਨਾਂ ਨੂੰ ਕਿਉਂ ਸਪੇਅਰ ਕੀਤਾ ਜਾਂਦਾ? ਉਹਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਕੱਢਣ ਦੇ ਕੰਮ ਕਿਉਂ ਕੀਤੇ ਜਾਂਦੇ ਆ? ਫਿਰ ਪਬਲਿਕ ਪ੍ਰੈਸ਼ਰ ਦੇ ਅਧੀਨ ਕਾਰਵਾਈ। ਤੇ ਜੇ ਆਪਾਂ ਪਬਲਿਕ ਪ੍ਰੈਸ਼ਰ ਦੀ ਵੀ ਗੱਲ ਕਰ ਰਹੀਏ ਤਾਂ ਇੰਨੇ ਇੱਕ ਬੇਸ਼ਰਮ ਹੋ ਚੁੱਕੀ ਹੈ ਇਹ ਸਰਕਾਰ ਕਿ ਇਹ ਜਿਹੜਾ ਧਾਲੀਵਾਲ ਤੇ ਜਿਹੜਾ ਉਹ ਕਟਾਰੂ ਚੱਕ, ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ 92 ਏਕੜ ਜ਼ਮੀਨ ਉਹਨਾਂ ਨੇ ਦੱਬੀ ਹੈ, ਜਿਹੜੀ BDPO ਦੇ ਰਾਹੀਂ ਉਹਨਾਂ ਨੇ ਉਹ ਜ਼ਮੀਨ ਗੈਰ ਕਾਨੂੰਨੀ ਤੌਰ ਤੇ ਅਸੰਵਿਧਾਨਕ ਤਰੀਕੇ ਨਾਲ ਅਲਾਟ ਕਰਾਈ ਹੈ, ਉਹਦੇ ਤੇ ਕਾਰਵਾਈ ਕਿਉਂ ਨਹੀਂ? ਮਸਲਾ ਹੈ। ਚਲੋ ਮੈਂ ਗਰੇਵਾਲ ਸਾਹਿਬ ਤੋਂ, ਗਰੇਵਾਲ ਸਾਹਿਬ ਹੁਣ ਕਾਫੀ ਚੀਜ਼ਾਂ ਇਕੱਠੀਆਂ ਹੋਈਆਂ। ਪਹਿਲਾਂ ਤਾਂ ਜਿਹੜੀ ਗੱਲ ਮੁਲਾਜ਼ਮ ਯੂਨੀਅਨ ਦੇ ਆਗੂ, ਠੀਕ ਹੈ ਹਰਪ੍ਰੀਤ ਜੀ ਇੱਕ ਸੈਕਿੰਡ, ਠੀਕ ਹੈ ਇੱਕ ਮਿੰਟ, ਇੱਕ DSP ਪਿਛਲੇ ਸਮੇਂ 'ਚ ਫੜਿਆ ਗਿਆ ਸੀਗਾ, ਉਹਨੇ ਇਹ ਗੱਲ ਕਹੀ ਕਿ ਮੈਂ MLA ਨੂੰ ਪੈਸੇ ਲੈ ਕੇ ਦਿੰਦਾ, ਜਿਹੜੇ ਲੋਕਾਂ ਕੋਲ ਪੈਸੇ ਲੈਣਾ ਮੈਂ ਉਹ ਆਪਣੇ MLA ਨੂੰ ਦੇਣਾ। ਕੀ ਉਸ MLA ਦੇ ਉੱਤੇ ਕਾਰਵਾਈ ਕੀਤੀ ਹੈ ਸਰਕਾਰ ਨੇ?